ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਇਹ ਸਿੱਖ ਨੌਜਵਾਨ ਅੱਜ ਤੋਂ ਹੀ ਨਹੀਂ ਰੜਕਣੇ ਸ਼ੁਰੂ ਹੋਏ, ਜੀ ਹਮੇਸ਼ਾ ਤੋਂ ਰੜਕਦੇ ਰਹੇ। ਪਰ ਆਪਾਂ ਹੁਣ ਮੌਜੂਦਾ ਸੰਦਰਭ ਦੇ ਵਿੱਚ ਗੱਲ ਕਰ ਲਈਏ ਤੇ ਸਰਕਾਰ ਬੜੀ ਤੇਜ਼ੀ ਨਾਲ ਪਰਚੇ ਦਰਜ ਕਰ ਰਹੀ ਹੈ। ਬਿਲਕੁਲ ਵੇਖੋ ਉਹਦੇ ਤੇ ਉਹ ਜਿਹੜੇ ਆਪਣਾ ਨੌਜਵਾਨ ਨੇ ਜਦੋਂ ਜਲ ਤੋਪ ਦਾ ਮੂੰਹ ਮੋੜ ਦਿੱਤਾ, ਉੱਥੋਂ ਛਾਲ ਮਾਰ ਕੇ ਟਰਾਲੀ ਤੱਕ ਪਹੁੰਚਿਆ, ਲਗਭਗ 10 ਫੁੱਟ ਦਾ ਫਾਸਲਾ ਉਹਨੇ ਹਵਾ ਦੇ ਵਿੱਚ ਜਿਹੜਾ ਸੀ ਉਹ ਇੱਕ ਜਿਸ ਤਰ੍ਹਾਂ ਸਿੰਬਲ ਆਫ ਮੂਵਮੈਂਟ ਬਣਿਆ, ਉਹ ਇੱਕ ਲੋਗੋ ਬਣਿਆ ਅਤੇ ਉਹ ਲੋਗੋ ਬਣਨ ਨਾਲ ਬੜਾ ਵੱਡਾ ਉਤਸ਼ਾਹ ਮਿਲਿਆ ਅਤੇ ਉਹਦੇ 'ਤੇ ਵੀ ਉਹਦੇ ਪਰਿਵਾਰ 'ਤੇ ਪਰਚੇ ਦਰਜ ਕੀਤੇ। ਉਹਦੇ 'ਤੇ ਪਹਿਲਾਂ ਤੋਂ ਪਰਚੇ ਦਰਜ ਕਰ ਰਹੇ ਸਨ, ਪਰ ਉਹਦਾ ਖਾਸ ਤੌਰ 'ਤੇ ਉਹਦਾ ਇੱਕ ਉਹਨਾਂ ਨੇ ਜਿਹੜਾ ਵਿੰਡਿਕਟਿਵ ਜਿਹੜਾ ਉਹਨਾਂ ਦੀ ਥਾਟ ਸੀ ਉਹਨੂੰ ਉਹਨਾਂ ਨੇ ਉਹਦੇ 'ਚ ਲਿਆਂਦਾ। ਇਸ ਤਰ੍ਹਾਂ ਇਸ ਨੌਜਵਾਨ ਦੇ ਜਗਮੀਤ ਸਿੰਘ ਅਤੇ ਉਹਦੇ ਪਰਿਵਾਰ ਦੇ ਉੱਤੇ ਪਰਚਾ ਦਰਜ ਕੀਤਾ। ਇਹ ਪਰਚਾ ਵੀ ਕਿਉਂਕਿ ਜਦੋਂ ਕੋਈ ਬੰਦਾ ਕਿਸੇ ਦੀ ਅੱਖ 'ਚ ਰੜਕਦਾ ਅਤੇ ਕੁਦਰਤੀ ਗੱਲ ਆ ਉਹਦੇ ਸੰਬੰਧ ਦੇ ਵਿੱਚ ਉਹ ਕੁਝ ਜੋ ਉਹਦੇ ਕੋਲ ਤਾਕਤ ਹੋਵੇ ਕਰਨ ਦੀ ਸਮਰੱਥਾ ਰੱਖਦਾ ਹੋਵੇ ਉਹ ਕਰਨ ਦੀ ਕੋਸ਼ਿਸ਼ ਕਰਦਾ। ਪਰ ਇਹਦੇ ਪਿੱਛੇ ਕੁਝ ਚੀਜ਼ਾਂ ਹੋਰ ਵਿਚਾਰਨ ਵਾਲੀਆਂ ਨੇ ਵੀ ਇਹਨਾਂ 'ਤੇ ਪਰਚੇ ਦਰਜ ਕਿਉਂ ਹੋਏ। ਕੀ ਗੱਲ, ਜਦੋਂ ਉਹ ਨੌਜਵਾਨ ਜੱਗੀ ਜਿਹਦੇ ਸਿਰ 'ਚ ਸੱਟਾਂ ਲਾਈਆਂ, ਜਿਹਦੇ ਕੇਸ ਖੁੱਲ੍ਹੇ, ਅਤੇ ਉਸ ਵੇਲੇ ਪੁਲਿਸ ਅਤੇ ਸਾਰੇ ਲੋਕ ਤਮਾਸ਼ਬੀਨੀ ਕਰ ਰਹੇ ਸੀ, ਉਹ ਫਿਰ ਵੀ ਆਪਣੇ ਹੌਸਲੇ ਨਾਲ ਆਪਣੀ ਚੜ੍ਹਦੀ ਕਲਾ ਦੇ ਨਾਲ ਆਪਣਾ ਜਕਾਰੇ ਛੱਡਦਾ ਆ ਉੱਥੋਂ ਜਦੋਂ ਉਹਨਾਂ ਦੇ ਸਾਹਮਣੇੋਂ ਲੰਘਿਆ। ਕੀ ਗੱਲ, ਉਦੋਂ ਪੁਲਿਸ ਨੂੰ ਕੁਝ ਨਹੀਂ ਦਿਖਾਈ ਦਿੱਤਾ। ਜਿਨ੍ਹਾਂ ਨੂੰ ਸੱਟਾਂ ਲਾਈਆਂ ਉਹ 'ਤੇ ਕੋਈ ਪਰਚਾ ਦਰਜ ਕੀਤਾ, ਉਲਟਾ ਉਹਨੂੰ ਹੀ ਕੋਈ ਸਪੋਰਟ ਨਹੀਂ ਕੀਤੀ, ਕਿਸੇ ਨੇ ਉਹਨੂੰ ਇਹ ਨਹੀਂ ਕੋਸ਼ਿਸ਼ ਕੀਤੀ ਵੀ ਇਹਨੂੰ ਜਿਹੜਾ ਕੋਈ ਮੈਡੀਕਲ ਏਡ ਦਿੱਤੀ ਜਾਵੇ। ਇਸੇ ਤਰ੍ਹਾਂ ਜਿਹੜਾ ਆ ਨੌਜਵਾਨ ਆਪਣਾ ਜਗਰਾਜ ਆ, ਜਿਹਨੇ ਲਾਲ ਕਿਲ੍ਹੇ 'ਤੇ ਜਿਹੜਾ ਉਹ ਨਿਸ਼ਾਨ ਸਾਹਿਬ ਆਪਣਾ ਕੇਸਰੀ ਨਿਸ਼ਾਨ ਜਿਹੜਾ ਉਹ ਲਹਿਰਾਇਆ ਅਤੇ ਉਹਦੇ 'ਤੇ ਪਰਚਾ ਦਰਜ ਕੀਤਾ। ਕੀ ਗੱਲ, ਉਹਦੇ 'ਤੇ ਪਰਚਾ ਦਰਜ ਕੀਤਾ ਜਾ ਸਕਦਾ। ਹੋਰ ਜਿਹੜੇ ਬੰਦੇ ਉਹ ਜਿਹੜੇ ਇਸ ਸਾਰੇ ਕੁਛ ਦਾ ਕਾਰਨ ਬਣੇ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਨਹੀਂ ਬਣਦੀ। ਪਰ ਉਹਨੂੰ ਅਦਾਲਤ ਨੇ ਜਿਹੜਾ ਸੀਗਾ ਜ਼ਮਾਨਤ ਵੀ ਦਿੱਤੀ। ਇਹ ਵੀ ਸਾਬਤ ਕਰ ਦਿੱਤਾ ਸਰਕਾਰ ਦੀ ਇਹ ਜਿਹੜੀ ਕਾਰਵਾਈ ਇਹ ਬਦਲਾਖੋਰੀ ਦੀ ਕਾਰਵਾਈ। ਇਸੇ ਤਰ੍ਹਾਂ ਹੀ ਹੁਣ ਜਦੋਂ ਇਹਦੇ ਉੱਤੇ ਜਗਮੀਤ ਸਿੰਘ 'ਤੇ ਪਰਚਾ ਦਰਜ ਕੀਤਾ, ਅਤੇ ਮੈਂ ਸਮਝਦਾ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਇੱਕ ਦ੍ਰਿੜਤਾ ਦਾ ਸਬੂਤ ਦਿੱਤਾ ਇਹਨਾਂ ਨੌਜਵਾਨਾਂ ਨੇ। ਜਦੋਂ ਸਾਹਮਣੇ ਛਾਤੀ ਡਾਹ ਕੇ ਖਲੋਤੇ ਅਤੇ ਉਹ ਵਾਟਰ ਕੈਨਨ ਜਿਹਦਾ ਪਤਾ ਨਹੀਂ ਕਿੰਨੀ ਵੈਲੋਸਿਟੀ ਹੁੰਦੀ ਆ, ਉਹ ਇੱਕ ਪੈਰ ਨਹੀਂ ਪਿੱਛੇ ਹਟਾ ਸਕੇ। ਅਤੇ ਉਹ ਜਿਹੜੀ ਦ੍ਰਿੜਤਾ ਨਾ ਉਹ ਉਦੋਂ ਹੀ ਇੱਕ ਪ੍ਰਤੀਕ ਬਣ ਗਈ ਸੀ ਵੀ ਇਹਦੇ ਵਿੱਚ ਕਿ ਜਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਪੈਦਾ ਹੋ ਜਾਣ, ਪਿੱਛੇ ਨਹੀਂ ਹਟਣਗੇ। ਅਤੇ ਆਖਰ ਨੂੰ ਉਸ ਦ੍ਰਿੜਤਾ ਦੇ ਅੱਗੇ ਝੁਕਦਿਆਂ ਸਰਕਾਰ ਨੂੰ ਜਿਹੜਾ ਸੀ ਉਹ ਕਾਨੂੰਨ ਵਾਪਸ ਲੈਣੇ ਪਏ। ਜਿਹੜਾ ਇਹ ਪਰਚਾ ਦਰਜ ਕੀਤਾ, ਤੁਸੀਂ ਅਖਬਾਰ ਮੇਰੇ ਕੋਲ ਪਈ ਆ, ਉਹ ਕਹਿੰਦੇ ਨੇ ਜੀ ਇਹਨਾਂ ਦੇ ਕੋਲੋਂ ਨਾ ਇਹ ਖਾਲਿਸਤਾਨ ਦੀ ਪ੍ਰਚਾਰ ਦੀ ਗੱਲ ਕਰ ਰਹੇ ਸੀ, ਇਹ ਖਾਲਿਸਤਾਨ ਨਾਲ ਜੋੜਨਾ ਚਾਹੁੰਦੇ ਨੇ। ਦੁਨੀਆ ਦਾ ਕੋਈ ਵੀ ਜਿਹੜਾ ਮੁਲਕ ਆ ਉਹ ਤੁਹਾਡੀ ਗੱਲ ਤੁਹਾਨੂੰ ਡੈਮੋਕ੍ਰੇਟਿਕ ਵੇ ਨਾਲ ਕਰਨ ਦਾ ਅਧਿਕਾਰ ਦਿੰਦਾ। ਹਿੰਦੁਸਤਾਨ ਦਾ ਸੰਵਿਧਾਨ ਇਸ ਗੱਲ ਦੀ ਫਰੀਡਮ ਆਫ ਸਪੀਚ, ਫਰੀਡਮ ਆਫ ਬਿਲੀਫ, ਫਰੀਡਮ ਆਫ ਸਪੀਚ ਜਿਹੜੇ ਨੇ ਡਾਇਰੈਕਟ ਦਰਜ ਨੇ ਸਾਡੇ ਸੰਵਿਧਾਨ ਦੇ ਵਿੱਚ। ਇਹ ਹਿਊਮਨ ਰਾਈਟਸ ਦੇ ਵਿੱਚ ਵੀ ਹੁੰਦੇ ਨੇ। ਉਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜਦੋਂ ਇਹ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਜਾਂ ਇਹ ਕਹਿ ਰਹੇ ਨੇ ਜੀ, ਹੁਣ ਜੇ ਇਹ ਵੇਖਿਆ ਜਾਵੇ, ਇਹਨਾਂ ਨੇ ਕਿਹਾ ਜੇ ਇਹਨਾਂ ਨੂੰ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਹੁੰਦਾ, ਬੜੇ ਸਾਰੇ ਨੌਜਵਾਨ ਇਹਨਾਂ ਨੇ ਇਸ ਗੇਟ ਦੇ ਵਿੱਚ ਅੰਦਰ ਭੇਜ ਦਿੱਤੇ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਰ ਵਿਦੇਸ਼ ਤੋਂ ਹਿੰਦੁਸਤਾਨ ਨੂੰ ਕਿੰਨਾ ਫੰਡ ਆ ਰਿਹਾ ਜੀ, ਕਿੰਨਾ ਇਹਨਾਂ ਦਾ ਜਿਹੜਾ ਜਦੋਂ ਇਹਨਾਂ ਦੀ ਫੋਰਨ ਕਰੰਸੀ ਜਦੋਂ ਘਟਦੀ ਆ, ਜਦੋਂ ਇਹਨਾਂ ਫੋਰਨ ਕਰੰਸੀ ਦਾ ਭੰਡਾਰ ਘਟਦਾ ਤਾਂ ਕਿਸ ਤਰ੍ਹਾਂ ਇਹ ਤਰਲੇ ਲੈਂਦੇ ਨੇ। ਮੈਂ ਨਹੀਂ ਸਮਝਦਾ ਵੀ ਵਿਦੇਸ਼ ਤੋਂ ਕੋਈ ਪੈਸਾ ਆਉਣਾ ਕੋਈ ਗੁਨਾਹ ਵਾ। ਰਹੀ ਗੱਲ ਇਹ ਖਾਲਿਸਤਾਨ ਦਾ ਨਾ ਇੱਕ ਹੱਵਾ ਬਣਾਉਂਦੇ ਨੇ, ਇਹ ਮੈਨੂੰ ਇਹਨਾਂ ਲੋਕਾਂ ਦੀ ਸੋਚ ਦੇ ਉੱਤੇ ਜਿਹੜਾ ਨਾ ਤਰਸ ਆਉਂਦਾ। ਵੇਖੋ, ਖਾਲਿਸਤਾਨ ਕੋਈ ਹੱਵਾ ਨਹੀਂ ਹੈਗਾ। ਕੀ ਗੱਲ, ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕੀ ਗੱਲ ਖਾਲਸਾ ਰਾਜ ਨਹੀਂ ਕਿਹਾ ਜਾਂਦਾ? ਉਹ ਖਾਲਿਸਤਾਨ ਨਹੀਂ ਸੀ, ਪਰ ਉਹਦੇ ਵਿੱਚ ਕਿਸੇ ਧਰਮ ਦੇ, ਕਿਸੇ ਕੌਮ ਦੇ, ਕਿਸੇ ਵੀ ਬੰਦੇ ਨਾਲ ਕੋਈ ਜਿਹੜਾ ਵਾ ਕੋਈ ਧੱਕਾ ਜਾਂ ਕੋਈ ਭੇਦਭਾਵ ਕੀਤਾ ਗਿਆ, ਉਹਦੇ 'ਚ ਕਿਤੇ ਨਹੀਂ ਹੋਇਆ।
ਅਹਿਮ ਅਹੁਦਿਆਂ ਦੇ ਉੱਤੇ ਜਿਹੜਾ ਉਹ ਮੁਸਲਿਮ ਜਿਹੜੇ ਸੀਗੇ ਆਪਣੇ ਉਹ ਵਜ਼ੀਰ ਰਹੇ। ਈਵਨ ਆ ਜਿਹੜੇ ਦੂਸਰਿਆਂ ਸ਼ਖਸੀਅਤ ਆਪਣਾ ਨੈਪੋਲੀਅਨ ਬੋਨਾਪਾਰਟ ਦੀ ਜਿਹੜੀ ਆ ਫੌਜ ਦੇ ਵਿੱਚੋਂ ਜਿਹੜੇ ਜਰਨੈਲ ਆਏ, ਉਹਨਾਂ ਨੂੰ ਮਹਾਰਾਜਾ ਸਾਹਿਬ ਨੇ ਆਪਣੀ ਫੌਜ ਦੇ ਵਿੱਚ ਅਹੁਦੇ ਦੇ ਕੇ ਨਵਾਜਿਆ। ਇਸ ਤਰ੍ਹਾਂ ਹੀ ਅੱਜ ਇਹ ਨਾ ਦੋਵਾਂ ਕੌਮਾਂ ਦੇ ਵਿੱਚ ਇੱਕ ਪਾੜ ਪਾਉਣ ਦੀ ਕੋਸ਼ਿਸ਼ ਹੈ। ਆ ਮੇਰਾ ਖਿਆਲ ਸਾਡੀ ਆ 5ਵੀਂ ਜਾਂ 6ਵੀਂ ਪੀੜ੍ਹੀ ਅੰਮ੍ਰਿਤਸਰ ਦੇ ਵਿੱਚ ਅਸੀਂ ਵਿਚਰਦੇ ਹਾਂ, ਸਾਡੇ ਪਰਿਵਾਰ ਨੂੰ ਹੈ। ਸਾਡੇ ਉਦੋਂ ਤੋਂ ਲੈ ਕੇ ਜਿਹੜੇ ਪਰਿਵਾਰਾਂ ਨਾਲ ਸੰਬੰਧ ਨੇ ਅੱਜ ਵੀ ਉਸੇ ਤਰ੍ਹਾਂ ਹੀ ਹੈ। ਅੱਜ ਵੀ ਮੇਰਾ ਖਿਆਲ ਆ ਸਾਡੇ ਉਨੇ ਹੀ ਸਾਡੇ ਜਿਹੜੇ ਆ ਹਿੰਦੂ ਦੋਸਤ ਨੇ ਸਾਡੀ ਥਾਂ ਜਾਣ ਦਿੰਦੇ ਨੇ, ਅਸੀਂ ਉਹਨਾਂ ਦੀ ਥਾਂ ਜਾਣ ਦਿੰਦੇ। ਇਹਨਾਂ ਨੇ ਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਵੇਂ ਇਹਨਾਂ ਮਾਹੌਲ ਕ੍ਰੀਏਟ ਕੀਤਾ ਸੀ ਨਾ ਬਲੂ ਸਟਾਰ ਤੋਂ ਪਹਿਲਾਂ, ਉਹ ਮੀਡੀਆ ਰਾਹੀਂ ਇੱਕ ਆਪਣਾ ਜਿਹੜਾ ਇਹ ਮੈਂ ਇਹਨੂੰ ਨਾ ਬਿਊਰੋਕਰੇਸੀ ਨੂੰ ਅਫਸਰੀ ਕਰਨੀ ਚਾਹੀਦੀ ਹੈ। ਬਿਊਰੋਕਰੇਸੀ ਨੂੰ ਕਾਨੂੰਨ ਜਿਹੜਾ ਉਹਨੂੰ ਆਪਣਾ ਉਹਦੇ ਮੁਤਾਬਕ ਜਿਹੜਾ ਵਾ ਉਹ ਲੋਕਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ, ਨਾ ਕਿ ਬਿਊਰੋਕਰੇਸੀ ਨੂੰ ਕਿਸੇ ਇੱਕ ਖਾਸ ਧਿਰ ਦੀ ਜਿਹੜਾ ਵਾ ਉਹ ਟੂਲ ਬਣ ਕੇ ਕੰਮ ਕਰਨਾ ਚਾਹੀਦਾ। ਇਸੇ ਚੀਜ਼ ਨੇ ਉਦੋਂ ਨੁਕਸਾਨ ਕੀਤਾ ਪੰਜਾਬ ਦੇ ਵਿੱਚ। ਇੰਦਰਾ ਗਾਂਧੀ ਨੇ ਆਪਣੇ ਮੀਡੀਆ ਦੇ ਰਾਹੀਂ ਅਜਿਹਾ ਮਾਹੌਲ ਸਿਰਜ ਦਿੱਤਾ ਵੀ ਜਿਸ ਤਰ੍ਹਾਂ ਨਾ ਇਹ ਦੋਵਾਂ ਧਿਰਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਵਰਖਲਾਫੀ ਹੋ ਗਈ। ਤੁਸੀਂ ਵੇਖ ਲਓ, ਬਲੂ ਸਟਾਰ ਕਰਤਾ, ਪੰਜਾਬ ਸੀਲ ਕਰਤਾ, ਹਰਿਮੰਦਰ ਸਾਹਿਬ 'ਤੇ ਹਮਲਾ ਕਰਤਾ, ਅਕਾਲ ਤਖ਼ਤ ਸਾਹਿਬ ਢਾਹ ਢੇਰੀ ਕਰਤਾ। ਪਰ ਪੰਜਾਬ ਦੇ ਵਿੱਚ ਜਿਹੜੀ ਆ ਵਾਇਲੈਂਸ ਵੇਖ ਲਓ, ਕਿਤੇ ਕੋਈ ਘਟਨਾ ਵਾਪਰੀ ਹੋਵੇ ਮੈਂ ਕਹਿ ਨਹੀਂ ਸਕਦਾ, ਪਰ ਸਮੁੱਚੇ ਰੂਪ 'ਚ ਪੰਜਾਬ ਜਿਹੜਾ ਗੌਰਮੈਂਟ ਦੀ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਇਆ, ਸ਼ਾਂਤ ਰਿਹਾ। ਅਤੇ ਉਹੀ ਸਾਜ਼ਿਸ਼ ਜਦੋਂ ਗੌਰਮੈਂਟ ਨੇ ਉੱਥੇ ਕੀਤੀ, ਦਿੱਲੀ ਅਤੇ ਹੋਰ ਸ਼ਹਿਰਾਂ ਦੇ ਵਿੱਚ ਨਸਲਕੁਸ਼ੀ ਕੀਤੀ, ਅਤੇ ਉਹ ਗੌਰਮੈਂਟ ਨੂੰ ਲੋਕਾਂ ਨੂੰ ਸਾਥ ਨਹੀਂ ਦਿੱਤਾ। ਗੌਰਮੈਂਟ ਨੇ ਆਪਣੇ ਗੁੰਡਿਆਂ ਦੇ ਰਾਹੀਂ ਆਪਣੀ ਜਿਹੜੀ ਆ ਸਰਕਾਰੀ ਤੰਤਰ ਰਾਹੀਂ ਉੱਥੇ ਲੋਕਾਂ ਦਾ ਘਾਣ ਕੀਤਾ, ਉੱਥੇ ਲੋਕਾਂ ਨੂੰ ਬੇਵੱਸ ਕਰ ਦਿੱਤਾ ਵੀ ਆਪਣੇ ਗਵਾਂਢੀ ਨੂੰ ਜਿਹੜਾ ਸਿੱਖੀ ਉਹਦੀ ਜਾਨ ਨਹੀਂ ਬਚਾ ਸਕੇ। ਉਸ ਗੱਲ ਨੂੰ ਅੱਜ ਵੀ ਰੋਂਦੇ ਨੇ। ਅੱਜ ਵੀ ਤੁਸੀਂ ਕਿਤੇ ਜਾਓ ਨਾ ਅਤੇ ਉਹਨੇ ਲੋਕ ਜਿਹੜੇ ਨਾ ਦਿੱਲੀ ਦੇ ਗੁਰਦੁਆਰਿਆਂ 'ਚ ਜੇ ਸਿੱਖ 10 ਹੋਣਗੇ ਅਤੇ 10 ਹਿੰਦੂ ਵੀ ਹੋਣਗੇ, ਪੰਜਾਬੀ ਹਿੰਦੂ, ਦੂਸਰੇ ਹਿੰਦੂ। ਇਹ ਜਿਹੜਾ ਨਾ ਇੱਕ ਚਾਲ ਆ ਗੌਰਮੈਂਟ ਦੀ ਬੜੀ ਵੱਡੀ, ਜਿਸ ਚਾਲ ਦੇ ਵਿੱਚ ਪਹਿਲਾਂ ਉਦੋਂ ਦੀ ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ ਨੇ, ਕਾਂਗਰਸ ਨੇ ਜਿਹੜੀ ਚਾਲ ਚੱਲੀ ਸੀ, ਅੱਜ ਉਸੇ ਚਾਲ ਨੂੰ ਜਿਹੜਾ ਉਹ ਅੱਗੇ ਤੋਰੀ ਜਾ ਰਹੀ ਆ। ਭਾਵੇਂ ਪੰਜਾਬ ਦੇ ਵਿੱਚ 4.5 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਰਿਹਾ, ਹੁਣ ਚੰਨੀ ਆ, ਪਰ ਇਹਨਾਂ ਦੀ ਪਾਲਿਸੀ ਦੇ ਵਿੱਚ ਕੋਈ ਫਰਕ ਨਹੀਂ ਪਿਆ, ਉਸੇ ਪਾਲਿਸੀ ਨਾਲ ਚੱਲ ਰਹੇ ਨੇ। ਇਹਨਾਂ ਨੂੰ ਬੰਦਾ ਪੁੱਛੇ ਵੀ ਕਿਹੜਾ ਐਡਾ ਤੁਹਾਨੂੰ ਐਡਾ ਡਰ ਆਉਣ ਡਿਆ, ਜੇ ਕੋਈ ਬੰਦਾ ਆਪਣੀ ਗੱਲ ਕਰਦਾ ਅਤੇ ਤੁਸੀਂ ਉਹਦੀ ਗੱਲ ਸੁਣਨ ਦੇ ਵਿੱਚ ਤੁਹਾਨੂੰ ਕੀ ਹਰਜ ਹੈ? ਤੁਸੀਂ ਹੁਣ ਤੱਕ ਇੰਨੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਗਈਆਂ ਨੇ, ਉਹਦੇ ਲਈ ਤਾਂ ਇਹਨਾਂ ਕੋਲੋਂ ਕੁਝ ਨਹੀਂ ਕਰ ਹੋਇਆ। ਬਿਲਕੁਲ ਜੀ, ਮੇਨ ਗੱਲ ਤਾਂ ਇਹੀ ਆਉਂਦੀ ਹੈ ਕਿ ਜਿਹੜੇ ਅਧਿਕਾਰ ਵੀ ਨੇ ਸਾਡੇ ਮੌਲਿਕ ਅਧਿਕਾਰ ਨੇ, ਚਾਹੇ ਉਹ ਸੰਵਿਧਾਨ ਵਿੱਚ ਦਰਜ ਨੇ, ਉਹ ਵੀ ਘੱਟ ਗਿਣਤੀ ਅਤੇ ਬਹੁ ਗਿਣਤੀ ਉਹ ਵੀ ਵਖਰੇਵਾਂ ਪਾਇਆ ਜਾਂਦਾ ਹੈ ਕਿ ਬਹੁ ਗਿਣਤੀ ਜਿਹੜੀ ਆ ਉਹ ਉਹਨਾਂ ਅਧਿਕਾਰਾਂ ਦੀ ਸਹਿਜੇ ਵਰਤੋਂ ਕਰ ਲੈਂਦੀ ਹੈ, ਅਤੇ ਘੱਟ ਗਿਣਤੀ ਤੇ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਬਾਅਦ ਹੀ ਤਰ੍ਹਾਂ ਦੇ ਦੋਸ਼ ਲਗਾ ਦਿੱਤੇ ਜਾਂਦੇ ਨੇ। ਹੁਣ ਜਗਮੀਤ ਸਿੰਘ ਦੇ ਕੇਸ ਦੀ ਜੇ ਅਸੀਂ ਗੱਲ ਕਰੀਏ ਤਾਂ ਕਿੱਡੀ ਇਹ ਮੰਦਭਾਗੀ ਘਟਨਾ ਜਿਹੜੀ ਨੌਜਵਾਨ ਨਾਲ ਧੱਕਾ ਹੋਇਆ। ਇਹ ਮੈਂ ਸਮਝਦਾ ਵੀ ਇੱਕ ਨਾ ਕੈਲਕੂਲੇਟਡ ਮੂਵ ਆ ਜਗਮੀਤ ਸਿੰਘ ਨਹੀਂ, ਇਹਦੇ ਤੋਂ ਪਹਿਲਾਂ ਕੋਈ ਨੌਜਵਾਨਾਂ ਨੂੰ ਇਸੇ ਹੀ ਦੋਸ਼ ਦੇ ਵਿੱਚ ਅੰਦਰ ਕੀਤਾ ਗਿਆ। ਪਰ ਮੰਦਭਾਗੀ ਗੱਲ ਇਹ ਆ ਕਿ ਇਹਦੇ ਸੰਬੰਧ ਵਿੱਚ ਕਿਸੇ ਵੀ ਇਨਸਾਫ ਪਸੰਦ ਇਨਸਾਨ ਨੇ, ਕਿਸੇ ਜਥੇਬੰਦੀ ਨੇ ਕੋਈ ਆਵਾਜ਼ ਨਹੀਂ ਉਠਾਈ। ਇਹਦੇ 'ਤੇ ਹੋਇਆ ਪਰਚਾ ਦਰਜ, ਜਿਨ੍ਹਾਂ ਵਾਸਤੇ ਇਹ ਕਢਾ ਕੇ ਖਲੋਤਾ। ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਖਲੋਣਾ ਚਾਹੀਦਾ। ਮੈਂ ਆਪਣੇ ਗੱਲ ਕੀਤੀ ਆ ਭਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਪੰਥਕ ਧਿਰਾਂ ਵੱਲੋਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਇਹਨਾਂ ਦੇ ਕੇਸਾਂ ਦੀ ਪੈਰਵਾਈ ਕਰਾਂਗੇ, ਪਰ ਕਿਸੇ ਨੇ ਇਸ ਗੱਲ ਦਾ ਹੰਗਾਰਾ ਨਹੀਂ ਭਰਿਆ। ਜੇ ਇਹੋ ਹੀ ਗੱਲ ਜੇ ਕਿਤੇ ਇਹਨਾਂ ਜਿਹੜੇ ਆ ਆਗੂ ਸੀ ਉਹਨਾਂ ਨਾਲ ਹੋਈ ਹੁੰਦੀ, ਮੇਰਾ ਖਿਆਲ ਇਹਨਾਂ ਫਿਰ ਦੁਬਾਰਾ ਪੰਜਾਬ ਬੰਦ ਕਰਨ ਤੱਕ ਜਾਣਾ ਸੀ। ਇਹ ਜਿਹੜੀਆਂ ਨਾ ਇਹ ਚੀਜ਼ਾਂ ਸਾਨੂੰ ਸੋਚਣ ਦੀ ਮਜਬੂਰ ਕਰ ਰਹੀਆਂ ਨੇ। ਇਹ ਇੱਕ ਆਈਸੋਲੇਸ਼ਨ ਦੀ ਇੱਕ ਕਿਨਾਰੇ 'ਤੇ ਕਰਨ ਦੀ, ਹਾਸ਼ੀਏ 'ਤੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਜਿਹੇ ਲੋਕਾਂ ਨੂੰ ਟਾਰਗੇਟ ਕੀਤਾ ਜਾਵੇ ਚੁਣ ਕੇ ਜਿਹੜੇ ਉਸ ਗੱਲ ਦਾ ਜਿਹੜਾ ਨਾ ਪ੍ਰਤੀਕ ਬਣਦੇ ਨੇ, ਚੜ੍ਹਦੀ ਕਲਾ ਦਾ, ਹਿੰਮਤ ਹੌਸਲੇ ਦਾ, ਦ੍ਰਿੜਤਾ ਦਾ। ਉਹਨਾਂ ਨੂੰ ਤੁਸੀਂ ਇਹ ਸਾਈਡਲਾਈਨ ਕਰ ਦਿਓ
ਗਾਂ ਜਿਹੜਾ ਅਗਲਾ ਕੋਈ ਉਹ ਡਰਦਾ ਮੁੜ ਕੇ ਇਸ ਗੱਲ ਦੀ ਹਿੰਮਤ ਨਾ ਕਰੇ। ਪਰ ਸਰਕਾਰ ਨੂੰ ਇਸ ਗੱਲ ਤੋਂ ਜਿਹੜਾ ਵਾ ਉਹ ਸਬਕ ਲੈਣਾ ਚਾਹੀਦਾ ਕਿ ਪਿਛਲੇ ਸਮੇਂ ਤੋਂ ਕਦੀ ਵੀ ਇੱਕ ਸਟਰੀਮ 'ਚ ਕੋਈ ਇੱਕ ਧਾਰਾ 'ਚ ਕਦੀ ਨਹੀਂ ਵਿਆਹ। ਜਦੋਂ ਮੱਸੇ ਰੰਗੜ ਦਾ ਅਸਰ ਵੰਡਿਆ ਉਦੋਂ ਵੀ ਜਿਹੜਾ ਜੀ ਉਹ ਦੋਵੇਂ ਜਿਹੜੇ ਆ ਨੌਜਵਾਨ ਬੇਸ਼ੱਕ ਭਾਵੇਂ ਆਪਣਾ ਵੱਡੇ ਘੱਲੂ ਘਰ ਦੇ ਵਿੱਚ ਬੜੀ ਸਖਤ ਜ਼ਖਮੀ ਹੋ ਗਏ ਸਨ, ਉਹਨਾਂ ਦੀ ਪੱਟ ਦੇ ਵਿੱਚ ਤੋਪ ਦਾ ਗੋਲਾ ਵੱਜ ਗਿਆ। ਉਹਦੀ ਸ਼ਹਾਦਤ ਤੋਂ ਬਾਅਦਾਂ ਵੀ ਚੱਲਦਾ ਰਿਹਾ ਜੀ। ਆ ਹੋਣ ਵਾਲੇ ਦੌਰ 'ਚ ਭਾਈ ਸੁੱਖਾ ਭਾਈ ਜਿੰਦਾ, ਇਹ ਕਿਹੜੇ ਕੋਈ ਆਪਾਂ ਕਹਿ ਸਕਦੇ ਵੀ ਕੋਈ ਪਿਛਲੇ ਇਹਨਾਂ ਦੇ ਜਿਹੜੇ ਜੀ ਪਰਿਵਾਰਕ ਤੌਰ 'ਤੇ ਇਸ ਤਰ੍ਹਾਂ ਦੇ ਇਹ ਮੌਕੇ 'ਤੇ ਨੌਜਵਾਨਾਂ ਨੇ ਉੱਠ ਕੇ ਉਹ ਬਦਲਾ ਲਿਆ ਜੀ। ਭਾਈ ਸਤਵੰਤ ਸੋਹਣੀ, ਉਹਨਾਂ ਨੇ ਭਾਈ ਬੇਅੰਤ ਸੋਹਣੀ, ਭਾਈ ਕੇਰ ਸੋਹਣੀ ਮੌਕੇ 'ਤੇ ਉੱਠ ਕੇ ਬਦਲਾ ਲਿਆ। ਇਸ ਤਰ੍ਹਾਂ ਇਹ ਜਿਸ ਤਰ੍ਹਾਂ ਮਰਜ਼ੀ ਕਰੀ ਜਾਣ ਜੀ, ਫਾਂਸੀਆਂ ਦੇਈ ਜਾਣ, ਜੋ ਮਰਜ਼ੀ ਕਰੀ ਜਾਣ, ਪਰ ਕੌਮ ਦੇ ਵਿੱਚੋਂ ਕੋਈ ਨਾ ਕੋਈ ਨੌਜਵਾਨ ਹਮੇਸ਼ਾ ਉੱਠਦਾ ਰਹੂਗਾ। ਇਹ ਇਹਨਾਂ ਨੂੰ ਇਸ ਕਰਕੇ ਸਮਝ ਲੈਣਾ ਚਾਹੀਦਾ ਵੀ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਗੱਲ ਨੂੰ ਦਬਾਇਆ ਨਹੀਂ ਜਾ ਸਕਦਾ। ਰਹੀ ਗੱਲ ਇਹਨਾਂ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਦੀ, ਇਹਨਾਂ ਦੀ ਪੈਰਵਾਈ ਜਿਹੜੀ ਆ ਉਹ ਕਿਉਂਕਿ ਬਨੂੜ ਥਾਣੇ 'ਚ ਪਰਚਾ ਦਰਜ ਹੋਇਆ, ਇਹਦੇ ਵਿੱਚ ਜੋ ਇਹਨਾਂ ਦੀ FIR ਉਹਦੇ ਮੁਤਾਬਕ ਇਹਨਾਂ ਕੋਲੋਂ ਲਿਟਰੇਚਰ ਬਰਾਮਦ ਹੋਇਆ। ਲਿਟਰੇਚਰ ਬਰਾਮਦ ਹੋਣਾ ਕਿੱਡੀ ਵੱਡੀ ਕੋਈ ਜਿਹੜੀ ਜੀ ਗੁਨਾਹ ਵਾਲੀ ਗੱਲ। ਲਿਟਰੇਚਰ ਤੇ ਤੁਸੀਂ ਇਹਦੇ ਨਾਲੋਂ ਵੱਡਾ ਤੇ ਉਹਨਾਂ ਪ੍ਰਚਾਰ ਤੇ ਉਹਨਾਂ ਨੇ ਉਹਨਾਂ ਦੇ ਲਿਟਰੇਚਰ ਨਾਲ ਨਹੀਂ ਹੋਣਾ ਜਿੰਨਾ ਤੁਹਾਡੀ FIR ਨਾਲ ਪ੍ਰਚਾਰ ਹੋਣ ਡਿਆ ਜਾਂ ਖਬਰ ਨਾਲ ਹੋਣ ਡਿਆ। ਕੀ ਗੱਲ ਤੁਸੀਂ ਮੀਡੀਆ 'ਤੇ ਪਰਚਾ ਦਰਜ ਕਰ ਦਿਓਗੇ? ਇਹ ਨਹੀਂ ਹੋ ਸਕਦਾ। ਇਹਨਾਂ ਨੌਜਵਾਨਾਂ ਨੂੰ ਜਿਹੜਾ ਵਾ ਮੈਂ ਤਾਂ ਸਮਝਦਾ ਵੀ ਇਹਨਾਂ ਦਾ ਪਰਚਾ ਖਾਰਜ ਕਰਨਾ ਚਾਹੀਦਾ ਸਰਕਾਰ ਨੂੰ, ਨਾ ਕਿ ਅਸੀਂ ਪੈਰਵਾਈ ਕਰਕੇ ਇਹਨਾਂ ਦੀ ਜਿਹੜੀ ਆ ਉਹ ਕੇਸ ਨੂੰ ਜਿਹੜਾ ਉਹ ਕਿਸੇ ਬੰਨੇ ਲਾਈਏ। ਸਰਕਾਰ ਨੂੰ ਇਹਨਾਂ ਘਟਨਾਵਾਂ ਤੋਂ ਬਾਜ਼ ਆਉਣਾ ਚਾਹੀਦਾ। ਮੈਂ ਸਮਝਦਾ ਵੀ ਸਰਕਾਰ ਨੂੰ ਕੋਈ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ ਕਿ ਜਿਹੜੇ ਨੌਜਵਾਨ ਚੜ੍ਹਦੀ ਕਲਾ ਦਾ ਦ੍ਰਿੜਤਾ ਦਾ ਪ੍ਰਤੀਕ ਬਣੇ ਨੇ ਇਸ ਮੋਰਚੇ ਦੇ ਦੌਰਾਨ, ਉਹਨਾਂ ਦੇ ਖਿਲਾਫ ਕੋਈ ਬਦਲਾਖੋਰੀ ਦੀ ਭਾਵਨਾ ਨਾਲ ਕੋਈ ਕਾਰਵਾਈ ਕੀਤੀ ਜਾਵੇ, ਬਲਕਿ ਸਗੋਂ ਜਿਹੜੀਆਂ ਸਰਕਾਰ ਕੋਲੋਂ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਨੂੰ ਰਿਲਾਈਜ਼ ਕਰਨਾ ਚਾਹੀਦਾ, ਉਹਨਾਂ ਨੂੰ ਮੰਨਣਾ ਚਾਹੀਦਾ ਅਤੇ ਅੱਗੇ ਤੋਂ ਜਿਹੜਾ ਵਾ ਸਮੂਥ ਚੱਲਣਾ ਚਾਹੀਦਾ। ਇਹ ਨਹੀਂ ਗਾ ਵੀ ਪਹਿਲਾਂ ਗਲ ਘੁੱਟ ਲਓ ਅਤੇ ਫਿਰ ਰਿਲੀਫ ਦੇ ਦਿਓ। ਇਹ ਸਰਕਾਰ ਦੀ ਜਿਹੜੀ ਪਾਲਿਸੀ ਹੈ ਨਾ, ਇਹ ਮੁੱਢੋਂ ਗਲਤ ਰਹੀ ਹੈ ਅਤੇ ਅਗਾਂਹ ਵੀ ਗਲਤ ਰਹਿਣੀ ਹੈ। ਜਿੱਥੇ ਸਰਕਾਰ ਇਨਸਾਫ ਪਸੰਦੀ ਨਾਲ ਚੱਲਦੀ ਹੈ ਉੱਥੇ ਲੋਕ ਸਰਕਾਰ ਦਾ ਸਾਥ ਦਿੰਦੇ ਆ। ਜਿੱਥੇ ਸਰਕਾਰ ਧੱਕੇਸ਼ਾਹੀ 'ਤੇ ਆਉਂਦੀ ਹੈ ਸਰਕਾਰ ਦਾ ਵਿਰੋਧ ਵੀ ਕਰਦੇ ਆ ਅਤੇ ਆਪਣੇ ਜਿਹੜੇ ਜਿਨ੍ਹਾਂ ਦੇ ਖਿਲਾਫ ਧੱਕਾ ਕਰਦੀ ਸਰਕਾਰ ਉਹਨਾਂ ਨਾਲ ਖਲੋਣ ਵਾਲਿਆਂ ਦੀ ਵੀ ਲਾਈਨ ਜਿਹੜੀ ਆ ਉਹ ਬੜੀ ਲੰਬੀ ਹੁੰਦੀ ਆ। ਮੈਂ ਸਮਝਦਾ ਅੱਜ ਸਾਰਿਆਂ ਨੂੰ ਜਗਮੀਤ ਸਿੰਘ ਦੇ ਉਹਨਾਂ ਦੇ ਪਰਿਵਾਰ ਨਾਲ, ਜਿਹੜੇ ਦੂਸਰਾ ਵੀਰ ਉਹਨਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ। ਇਹ ਬੜਾ ਜ਼ਰੂਰੀ ਆ। ਇਹ ਕੌਮੀ ਭਾਵਨਾ ਦਾ ਪ੍ਰਗਟਾਵਾ, ਇੱਕ ਜੁਟਤਾ ਦਾ ਪ੍ਰਗਟਾਵਾ ਸਮੁੱਚੀਆਂ ਜਥੇਬੰਦੀਆਂ ਨੂੰ, ਪੰਥਕ ਜਥੇਬੰਦੀਆਂ ਨੂੰ, ਨਾਲ ਕਿਸਾਨ ਜਥੇਬੰਦੀਆਂ ਨੂੰ ਕਰਨਾ ਚਾਹੀਦਾ। ਇੰਨੀਆਂ ਬੇਨਤੀਆਂ ਕਰਦਾ ਫਤਿਹ ਬੁਲਾਉਣਾ। ਜਿਹੜੀ ਸਾਡੀ ਗੱਲ ਹੈ ਪੈਰਵਾਈ ਕਰਨ ਦੀ, ਅਸੀਂ ਤਾਂ ਕਾਨੂੰਨੀ ਤੌਰ 'ਤੇ ਪੈਰਵਾਈ ਕਰਾਂਗੇ, ਜੋ ਉਹਨਾਂ ਦਾ ਕਾਨੂੰਨੀ ਅਧਿਕਾਰ ਬਣਦਾ ਉਹਦੇ 'ਤੇ ਪੈਰਵਾਈ ਕਰਾਂਗੇ। ਇਹ ਵੀ ਜ਼ਰੂਰੀ ਆ ਕਿ ਜਦੋਂ ਕੱਲ੍ਹ ਨੂੰ ਹੁੰਦਾ ਇਹ ਆ ਵੀ ਜਦੋਂ ਕੋਈ ਕੇਸ ਸਰਕਾਰ ਫੇਲ ਹੁੰਦੀ ਆ ਨਾ ਅਤੇ ਉਹਦੇ ਸੰਬੰਧ ਵਿੱਚ ਮੁੜ ਕੇ ਜਿਹੜੇ ਆ ਉਹ ਕਾਰਵਾਈ ਨਹੀਂ ਕੀਤੀ ਜਾਂਦੀ। ਪਰ ਜਿੱਥੇ ਸਰਕਾਰ ਧੱਕਾ ਕਰ ਰਹੀ ਹੈ, ਜਿੱਥੇ ਸਰਕਾਰ ਦੇ ਧੱਕੇ ਦੇ ਖਿਲਾਫ ਜਿਹੜਾ ਵਾ ਉਹ ਅਦਾਲਤਾਂ ਰਿਲੀਫ ਦਿੰਦੀਆਂ ਨੇ, ਉਹਨਾਂ ਦੇ ਕੇਸਾਂ ਦੇ ਵਿੱਚ ਜਿਹੜੇ ਸੰਬੰਧਿਤ ਜ਼ਿੰਮੇਵਾਰ ਪੋਲੀਟੀਸ਼ੀਅਨ ਆ ਉਹਨਾਂ ਨੂੰ ਵੀ ਅਦਾਲਤਾਂ ਦੇ ਕਟਹਿਰੇ 'ਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਇਹ ਜ਼ਰੂਰ ਸਾਰਿਆਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਵਕੀਲ ਸਾਹਿਬਾਨ ਨੇ ਜਿਹੜੇ ਇਹਨਾਂ ਘਟਨਾਵਾਂ ਪ੍ਰਤੀ ਬੜੇ ਸੁਜੱਗ ਨੇ, ਜਿਹੜੇ ਇਹਦੇ ਪ੍ਰਤੀ ਬੜਾ ਧਿਆਨ ਰੱਖਦੇ ਨੇ। ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਜਿਹਦਾ ਵੀ ਜਿਸ ਇਲਾਕੇ 'ਚ ਵੀ ਉਹਨਾਂ ਨੂੰ ਲੱਗੇ ਪਿਆ ਧੱਕਾ ਹੋ ਰਿਹਾ, ਉੱਥੇ ਉਹਨਾਂ ਨੂੰ ਉਸ ਧੱਕੇ ਦੇ ਖਿਲਾਫ ਖਲੋਣਾ ਚਾਹੀਦਾ। ਅਤੇ ਜਦੋਂ ਇਹ ਪਰਚੇ ਖਾਰਜ ਹੁੰਦੇ ਉਹਨਾਂ ਦੇ ਸੰਬੰਧਿਤ ਜਿਹੜੇ ਇਹਦੇ ਪਿੱਛੇ ਹਾਲਾਤ ਬਣੇ ਹੁੰਦੇ ਉਹਨਾਂ ਹਾਲਾਤਾਂ ਨੂੰ ਪੈਦਾ ਕਰਨ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਆ। ਇੰਨੀਆਂ ਬੇਨਤੀ ਕਰਦਾ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।